जी आया नूं खुशामदीद। तुसी ते तुहाडा परिवार हरदम रहे सेहतयाब। इसे दुआ दे नाल लै हाज़र मैं PTC न्यूज़ दा एक खास उपराला डॉक्टर स्पीक, जिस विच वक्-वक् बीमारियां बारे मैं करदा हां चर्चा वक्-वक् डॉक्टर्स दे नाल। ते की अजिहा तुसी करो कि ना तुहानू कमर दा दर्द होवे ते ना ही डिस्क दी समस्या आवे। इस बारे चर्चा करन लई साडे नाल NHS हॉस्पिटल जलंधर तो खास मौजूद ने स्पाइन एंड न्यूरो सर्जन डॉक्टर नवीन चितकारा। डॉक्टर साहब जी आए ਨੂੰ बहुत बहुत स्वागत है ਤੁਹਾਡਾ। थैंक यू वेरी मच। तो सारे ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਮੇਰਾ ਬਹੁਤ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਹੁਤ ਹੀ ਇੱਕ ਜ਼ਰੂਰੀ ਚੀਜ਼ ਉੱਪਰ ਚਰਚਾ ਕਰਾਂਗੇ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਅੱਜ ਬਹੁਤ ਜ਼ਰੂਰੀ ਚੀਜ਼ ਤੇ ਚਰਚਾ ਕਰਨ ਵਾਲੇ, ਮੈਨੂੰ ਲੱਗਦਾ ਹੈ ਅੱਜ ਘਰ ਘਰ ਦੇ ਵਿੱਚ ਇਹ ਕਹਾਣੀ ਹੋ ਗਈ ਹੈ, ਘਰ ਘਰ ਦੇ ਵਿੱਚ ਸਮੱਸਿਆ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਤੇ ਪਹਿਲੇ ਤਾਂ ਡਾਕਟਰ ਸਾਹਿਬ ਇਹ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਰੀੜ੍ਹ ਦੀ ਹੱਡੀ ਦੀ ਜੋ ਬਣਾਵਟ ਹੁੰਦੀ ਹੈ ਉਹ ਬਣਾਵਟ ਕੀ ਹੁੰਦੀ ਹੈ? ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਮੈਂ ਇੱਕ ਮਾਡਲ ਨਾਲ ਲੈ ਕੇ ਆਇਆ ਸੀਗਾ ਕਿ ਇਹ ਸਾਡੇ ਸਰੀਰ ਦੀ ਰੀੜ੍ਹ ਦੀ ਹੱਡੀ ਹੈ, ਇਹ ਉਹਦਾ ਅਗਲਾ ਹਿੱਸਾ ਤੇ ਇਹ ਸਾਡਾ ਪਿਛਲਾ ਹਿੱਸਾ ਹੈਗਾ ਹੱਡੀ ਦਾ। ਜੇ ਆਪਾਂ ਦੇਖੀਏ ਤੇ ਇਹ ਜਿਹੜੇ ਮਣਕੇ ਹੈਗੇ ਇਹ ਸਾਰੇ ਮਣਕੇ ਇੱਕ ਦੂਸਰੇ ਦੇ ਉੱਪਰ ਰਹਿੰਦੇ ਨੇ ਤੇ ਇਹਨਾਂ ਦੇ ਵਿੱਚ ਇਹ ਡਿਸਕ ਹੁੰਦੀ ਹੈ ਜਿਹੜੀ ਕਿ ਇੱਥੇ ਸਾਨੂੰ ਦਿਖਾਈ ਦੇ ਰਹੀ ਹੈ। ਤੇ ਪਿਛਲੀ ਸਾਈਡ ਦੇ ਉੱਪਰ ਇਹ ਕੁਝ ਜੋੜ ਹੁੰਦੇ ਨੇ ਜਿਹੜੇ ਕਿ ਰੀੜ੍ਹ ਦੀ ਹੱਡੀ ਦੇ ਹੁੰਦੇ ਨੇ ਤੇ ਇਹ ਉਹ ਰਸਤਾ ਹੈ ਜਿਹਦੇ ਵਿੱਚੋਂ ਦੀ ਸਾਡੀ ਨਸਾਂ ਸਾਰੀ ਨਿਕਲ ਕੇ ਜਾਂਦੀਆਂ ਨੇ। ਜੇ ਆਪਾਂ ਦੇਖੀਏ ਮੈਂ ਕਈ ਵਾਰ ਆਪਣੇ ਮਰੀਜ਼ਾਂ ਨੂੰ ਸਮਝਾਉਣਾ ਕਿ ਜੋ ਇਹ ਮਣਕੇ ਹੈਗੇ ਇਹ ਇੱਕ ਪਿੱਲਰ ਦੀ ਤਰ੍ਹਾਂ ਹੈ ਜਿਹਦੇ ਵਿੱਚ ਇੱਟਾਂ ਲੱਗੀਆਂ ਨੇ ਤੇ ਇੱਟਾਂ ਦੇ ਵਿੱਚ ਸੀਮੈਂਟ ਲੱਗਿਆ ਹੈ। ਸੋ ਇਹ ਸਾਡੀ ਰੀੜ੍ਹ ਦੀ ਹੱਡੀ ਜੋ ਕਿ ਸਭ ਤੋਂ ਜ਼ਰੂਰੀ ਚੀਜ਼ ਸਾਡੇ ਸਰੀਰ ਦੇ ਵਿੱਚ ਹੈ ਉਹ ਇਸ ਤਰ੍ਹਾਂ ਦੀ ਇਹਨਾਂ ਦੀ ਸੰਰਚਨਾ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ ਜਿਵੇਂ ਸਮਝਾ ਰਹੇ, ਮੈਨੂੰ ਲੱਗਦਾ ਅੱਜ ਬਹੁਤ ਸਾਰੇ ਤੁਹਾਡੇ ਮਨ ਦੇ ਵਿੱਚ ਜਿਹੜੇ ਸਵਾਲ ਹੋਣਗੇ ਉਹ ਦੂਰ ਹੋਣ ਵਾਲੇ ਨੇ। ਤੇ ਇੱਥੇ ਡਾਕਟਰ ਸਾਹਿਬ ਆਮ ਸੁਣਨ ਨੂੰ ਮਿਲਦਾ ਹੈ ਕਿ ਡਿਸਕ ਹਿੱਲ ਗਈ ਹੈ ਜੀ, ਤੇ ਇਹ ਡਿਸਕ ਹੁੰਦੀ ਕੀ ਹੈ ਤੇ ਡਿਸਕ ਦਾ ਹਿੱਲਣਾ ਕੀ ਹੈ? ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਮਣਕਿਆਂ ਦੇ ਵਿੱਚ ਜਿਹੜੀ ਇਹ ਚੀਜ਼ ਦਿਖਾਈ ਦੇ ਰਹੀ ਹੈ ਇਹ ਡਿਸਕ ਹੈ। ਇਹ ਇੱਕ ਜੈਲੀ ਦੀ ਤਰ੍ਹਾਂ ਹੁੰਦੀ ਹੈ। ਇਹ ਸਮਝੋ ਕਿ ਜਿਸ ਤਰ੍ਹਾਂ ਗੁਬਾਰੇ ਦੇ ਅੰਦਰ ਪਾਣੀ ਹੈ। ਜਦੋਂ ਵੀ ਅਸੀਂ ਖੜੇ ਹੋ ਕੇ ਕੋਈ ਵੀ ਕੰਮ ਕਰਦੇ ਹਾਂ ਤੇ ਉੱਪਰੋਂ ਪੂਰਾ ਪ੍ਰੈਸ਼ਰ ਪਾਈਏ ਤੇ ਡਿਸਕ ਜਿਹੜੀ ਹੈ ਉਹਦੇ ਉੱਪਰ ਪ੍ਰੈਸ਼ਰ ਜਦੋਂ ਪੈਂਦਾ ਹੈ ਤੇ ਚਾਰੋਂ ਤਰਫ ਬਰਾਬਰ ਪ੍ਰੈਸ਼ਰ ਪੈਂਦਾ ਹੈ। ਜੇ ਇਹੀ ਪ੍ਰੈਸ਼ਰ ਆਪਾਂ ਅੱਗੋਂ ਦੀ ਤਰਫ ਝੁੱਕ ਕੇ ਡਿਸਕ ਦੇ ਉੱਪਰ ਪਾਈਏ ਤੇ ਉਹ ਜਿਸ ਤਰ੍ਹਾਂ ਪਾਣੀ ਦੇ ਗੁਬਾਰੇ ਨੂੰ ਦਬਾਓ ਤੇ ਪਿੱਛੋਂ ਦੀ ਤਰਫ ਪ੍ਰੈਸ਼ਰ ਅੱਗੇ ਚਲਾ ਜਾਏਗਾ। ਉਸੇ ਤਰ੍ਹਾਂ ਜੇ ਇੱਕ ਸਾਈਡ ਤੋਂ ਦਬਾਓ ਤੇ ਦੂਸਰੀ ਤਰ੍ਹਾਂ ਚਲਾ ਜਾਏਗਾ। ਤੇ ਇਸੇ ਤਰ੍ਹਾਂ ਡਿਸਕ ਦੇ ਉੱਪਰ ਇਹ ਜਿਹੜਾ ਪ੍ਰੈਸ਼ਰ ਹੈਗਾ ਨਾ ਇਹ ਸਾਡਾ ਚਾਰੋਂ ਤਰਫ ਬਰਾਬਰ ਜਾਂਦਾ ਹੈ। ਡਿਸਕ ਦਾ ਮੇਨ ਪਰਪਸ ਹੈਗਾ ਕਿ ਜੋ ਸਾਡੀ ਕਮਰ ਦੀ ਲਚਕ ਹੈ, ਜੋ ਸਾਡੀ ਮੋਬਿਲਿਟੀ ਹੈ ਉਹ ਸਭ ਡਿਸਕ ਦੇ ਕਰਕੇ ਹੈ। ਮਤਲਬ ਡਿਸਕ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਡਿਸਕ ਤੇ ਪ੍ਰੈਸ਼ਰ ਦਾ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਡਿਸਕ ਤੇ ਪ੍ਰੈਸ਼ਰ ਦਾ ਜੇ ਮਤਲਬ ਅਸੀਂ ਵੇਖਣਾ ਚਾਹੀਏ ਉਹ ਮਤਲਬ ਕੀ ਨਿਕਲਦਾ? ਇਹ ਬਹੁਤ ਹੀ ਅੱਛਾ ਸਵਾਲ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਨਾ ਕਿ ਇਹ ਡਿਸਕ ਜਿਹੜੀ ਹੈ ਉਹ ਪਾਣੀ ਦੇ ਗੁਬਾਰੇ ਦੀ ਤਰ੍ਹਾਂ ਹੈ। ਉਹਦੇ ਉੱਪਰ ਜੇ ਆਪਾਂ ਪ੍ਰੈਸ਼ਰ ਚਾਰੋਂ ਤਰਫ ਬਰਾਬਰ ਪਏਗਾ ਤੇ ਉਹਦੇ ਫਟਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ। ਜੇ ਪ੍ਰੈਸ਼ਰ ਉਹਦੇ ਵਿੱਚ ਬਹੁਤ ਜ਼ਿਆਦਾ ਹੋ ਜਾਏਗਾ ਉਸ ਦੇ ਉੱਪਰ ਤੇ ਜਿਸ ਤਰ੍ਹਾਂ ਗੁਬਾਰਾ ਫਟਦਾ ਉਹਨੂੰ ਆਪਾਂ ਦਬਾਉਣ ਦੀ ਕੋਸ਼ਿਸ਼ ਕਰੀਏ ਉਸੇ ਤਰ੍ਹਾਂ ਡਿਸਕ ਦੇ ਉੱਪਰ ਜੇ ਪ੍ਰੈਸ਼ਰ ਹੋਏਗਾ ਤਾਂ ਡਿਸਕ ਵੀ ਫਟਣ ਦੇ ਚਾਂਸਸ ਰਹਿੰਦੇ ਨੇ। ਮੈਂ ਇੱਕ ਤੁਹਾਨੂੰ ਇਹ ਸਾਂਝਾ ਕਰ ਰਿਹਾ, ਇੱਕ ਚਾਰਟ ਹੈ ਜੋ ਸਾਨੂੰ ਸਾਡੇ ਨੋਰਮਲ ਜੋ ਕੰਮ ਕਰਨ ਦੇ ਜਾਂ ਨੋਰਮਲ ਖੜੇ ਬੈਠਣ ਲੇਟਣ ਦੇ ਤਰੀਕੇ ਦੇ ਉੱਪਰ ਸਾਡੇ ਡਿਸਕ ਦੇ ਅੰਦਰ ਕਿੰਨਾ ਪ੍ਰੈਸ਼ਰ ਹੁੰਦਾ ਹੈ ਇਹਨੂੰ ਸਾਇੰਟੀਫਿਕਲੀ ਰਿਕਾਰਡ ਕਰਕੇ ਮੈਂ ਇਸ ਚਾਰਟ ਦੇ ਉੱਪਰ ਲੈ ਕੇ ਆਇਆ। ਜੇ ਤੁਸੀਂ ਚਾਰਟ ਦੇਖਦੇ ਹੋ ਇਹ ਸਪਾਈਨ ਹੈ ਜੋ ਸਾਡੀ ਰੀੜ੍ਹ ਦੀ ਹੱਡੀ ਹੈ, ਇਹ ਉਹਦਾ ਫਰੰਟ ਹੈ ਤੇ ਇਹ ਬੈਕ ਸਾਈਡ ਹੈ। ਜਦੋਂ ਅਸੀਂ ਸਿੱਧੇ ਲੇਟਨੇ ਆ ਤੇ ਇਹ ਡਿਸਕ ਦੇ ਉੱਪਰ ਜਿਹੜਾ ਪ੍ਰੈਸ਼ਰ ਹੈ ਨਾ ਉਹ 25 ਇੱਕ ਫਿਗਰ ਮੈਂ ਤੁਹਾਨੂੰ ਦੱਸ ਰਿਹਾ 25 ਪਾਉਂਡ ਦਾ ਪ੍ਰੈਸ਼ਰ ਡਿਸਕ ਦੇ ਉੱਪਰ ਹੁੰਦਾ ਹੈ। ਜਦੋਂ ਅਸੀਂ ਇਹੀ ਸਾਈਡ ਟਰਨ ਕਰਕੇ ਲੇਟ ਜਾਈਏ ਤੇ ਇਹ ਪ੍ਰੈਸ਼ਰ ਜਿਹੜਾ ਹੈ ਉਹ 75 ਹੋ ਜਾਂਦਾ ਹੈ। ਆਪਾਂ ਜਦੋਂ ਬੈਠ ਜਾਂਦੇ ਆ ਤੇ ਇਹੀ ਪ੍ਰੈਸ਼ਰ ਇੱਕ ਡਿਸਕ ਦੇ ਉੱਪਰ ਜਿਹੜਾ ਹੈ ਨਾ ਉਹ 100 ਦਾ ਹੋ ਜਾਂਦਾ। ਬੈਠ ਕੇ ਜੇ ਆਪਾਂ ਖੜੇ ਹੋ ਜਾਈਏ ਤੇ ਇਹੀ ਪ੍ਰੈਸ਼ਰ 150 ਹੋ ਜਾਂਦਾ ਤੇ ਜੇ ਖੜੇ ਹੋ ਕੇ ਥੋੜਾ ਜਿਹਾ ਝੁਕ ਜਾਈਏ ਤੇ ਇਹ ਪ੍ਰੈਸ਼ਰ 220 ਹੋ ਜਾਂਦਾ। ਸੋ ਹਰ ਪੋਸਚਰ ਦੇ ਨਾਲ ਇਹ ਪ੍ਰੈਸ਼ਰ ਇੰਕਰੀਜ਼ ਹੋ ਜਾਂਦਾ ਹੈ ਤੇ ਜਦੋਂ ਆਪਾਂ ਝੁਕ ਕੇ ਕੋਈ ਵਜ਼ਨ ਚੁੱਕਦੇ ਹਾਂ ਤੇ ਇਹ ਪ੍ਰੈਸ਼ਰ ਹੋਰ ਵੀ ਜ਼ਿਆਦਾ ਡਿਸਕ ਦੇ ਉੱਪਰ ਹੋ ਜਾਂਦਾ ਹੈ। ਆਮ ਤੌਰ ਤੇ ਧਾਰਨਾ ਹੁੰਦੀ ਹੈ ਕਿ ਜੇ ਅਸੀਂ ਕੋਈ ਚੀਜ਼ ਭਾਰੀ ਚੱਕਣੀ ਹੈ ਤੇ ਬੈਠ ਕੇ ਚੱਕ ਲਓ। ਇਹ ਚਾਰਟ ਤੁਹਾਨੂੰ ਦੱਸੇਗਾ ਕਿ ਇਹ ਚੀਜ਼ ਗਲਤ ਹੈ ਕਿ ਜੋ ਪ੍ਰੈਸ਼ਰ ਬੈਠਣ ਦੇ ਵਿੱਚ ਹੈ ਉਹ ਖੜਨ ਦੇ ਮੁਕਾਬਲੇ ਪ੍ਰੈਸ਼ਰ ਜ਼ਿਆਦਾ ਹੈ। ਜੇ ਆਪਾਂ ਸਿੱਧੇ ਖੜੇ ਹੋਈਏ ਤੇ ਪ੍ਰੈਸ਼ਰ 100 ਹੈ ਲੇਕਿਨ ਬੈਠਣ ਦੇ ਵਿੱਚ 140 ਹੈ। ਖੜੇ ਹੋ ਕੇ ਝੁਕਣਾ ਜੇ ਪ੍ਰੈਸ਼ਰ 150 ਹੈ
ਤੇ ਬੈਠ ਕੇ ਝੁਕਣਾ 185, ਖੜੇ ਹੋ ਕੇ ਝੁਕ ਕੇ ਵਜਨ ਜੇ ਚੱਕਣਾ ਹੋਏ ਤੇ ਪ੍ਰੈਸ਼ਰ 220 ਹੈ, ਲੇਕਿਨ ਜੇ ਬੈਠ ਕੇ ਝੁਕ ਕੇ ਆਪਾਂ ਕੋਈ ਵਜਨ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਤੇ ਪ੍ਰੈਸ਼ਰ 275 ਹੈ। ਸੋ ਲੇਟੇ ਦੇ 25 ਤੇ ਵਜਨ ਚੱਕਣ ਦੇ 275। ਸੋ ਇਹਦੇ ਨਾਲ ਸਾਨੂੰ ਆਈਡੀਆ ਹੋ ਜਾਂਦਾ ਹੈ ਕਿ ਕਿਹੜੇ ਕਿਹੜੇ ਕੰਮ ਕਰਨ ਦੇ ਵਿੱਚ ਸਾਡਾ ਪ੍ਰੈਸ਼ਰ ਡਿਸਕ ਦੇ ਵਿੱਚ ਇੰਕਰੀਜ਼ ਹੋ ਜਾਂਦਾ ਹੈ। ਜੇ ਪ੍ਰੈਸ਼ਰ ਜ਼ਿਆਦਾ ਹੋਏਗਾ ਤੇ ਡਿਸਕ ਦੇ ਰਪਚਰ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਣਗੇ, ਫਟਣ ਦੇ ਚਾਂਸਸ ਜ਼ਿਆਦਾ ਹੋ ਜਾਣਗੇ, ਡਿਸਕ ਦੀ ਬਿਮਾਰੀ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਣਗੇ। ਮਤਲਬ ਆਮ ਜਦੋਂ ਤੁਹਾਡੇ ਤੋਂ ਮਰੀਜ਼ ਆ ਕੇ ਪੁੱਛਦੇ ਹੋਣਗੇ, ਉਹ ਕਿਹੜੀ ਗਲਤੀਆਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਰ ਦਿੰਦੇ ਆ ਜਿਹਦਾ ਬਾਅਦ ਚ ਸਾਨੂੰ ਨੁਕਸਾਨ ਸਹਿਣਾ ਪੈਂਦਾ? ਬਿਲਕੁਲ, ਇਹ ਜੋ ਮੈਂ ਚੀਜ਼ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਿਰਫ ਇਸ ਕਰਕੇ ਕੀਤੀ ਹੈ ਕਿ ਸਾਨੂੰ ਜੋ ਵੀ ਰੋਜ਼ਮर्रा ਦੇ ਕੰਮ ਹੈਗੇ, ਜੋ ਵੀ ਅਸੀਂ ਹਰ ਰੋਜ਼ ਕੋਈ ਵੀ ਕੰਮ ਕਰਦੇ ਹਾਂ, ਉਹਦੇ ਵਿੱਚ ਕਿੰਨਾ ਕਿੰਨਾ ਪ੍ਰੈਸ਼ਰ ਡਿਸਕ ਦੇ ਉੱਪਰ ਹੁੰਦਾ ਹੈ। ਜਿੰਨਾ ਪ੍ਰੈਸ਼ਰ ਜ਼ਿਆਦਾ ਉਨਾ ਰਿਸਕ ਜ਼ਿਆਦਾ। ਮਤਲਬ ਕਿ ਜਦੋਂ ਤੱਕ ਅਸੀਂ ਆਪਣੇ ਸਰੀਰ ਨੂੰ ਅਟੈਕ ਨਹੀਂ ਕਰਦੇ, ਉਹਦਾ ਕਾਊਂਟਰ ਰਿਐਕਸ਼ਨ ਨਹੀਂ ਦਿੰਦਾ। ਜਦੋਂ ਅਸੀਂ ਆਪ ਉਹਦੇ ਨਾਲ ਕੋਈ ਛੇੜਛਾੜ ਕਰਨੇ ਆ ਤੇ ਫਿਰ ਕਾਊਂਟਰ ਰਿਐਕਸ਼ਨ ਦੇ ਵਿੱਚ ਅਜਿਹੀ ਤੇ ਬਿਮਾਰੀ ਦੂਸਰੀ ਇਹਦੇ ਨਾਲ ਚੀਜ਼ ਜਿਹੜੀ ਹੈ ਨਾ ਜ਼ਰੂਰੀ, ਉਹ ਕੀ ਹੈ ਕਿ ਜੇ ਡਿਸਕ ਦੇ ਉੱਪਰ ਆਪਾਂ ਬਿਲਕੁਲ ਉੱਪਰੋਂ ਦਬਾ ਰਹੇ ਹਾਂ ਤੇ ਪ੍ਰੈਸ਼ਰ ਚਾਰੋਂ ਤਰਫ ਬਰਾਬਰ ਹੈ, ਚਾਹੇ ਉਹ 100 ਦਾ ਜਾਂ 150 155 ਵੀ ਹੋ ਜਾਏ, ਲੇਕਿਨ ਜਿਸ ਤਰ੍ਹਾਂ ਹੀ ਆਪਾਂ ਅੱਗੇ ਝੁਕ ਕੇ ਪ੍ਰੈਸ਼ਰ ਪਾ ਰਹੇ ਹਾਂ ਤੇ ਪ੍ਰੈਸ਼ਰ ਹੈਵੀ ਜ਼ਿਆਦਾ, ਤੇ ਫਰਕ ਕੀ ਹੈ ਕਿ ਉਹ ਜਿਹੜਾ ਪ੍ਰੈਸ਼ਰ ਹੈ ਉਹ ਚਾਰੋਂ ਤਰਫ ਬਰਾਬਰ ਜਾਣ ਦੀ ਬਜਾਏ ਅੱਗੇ ਦੀ ਤਰਫ ਜ਼ਿਆਦਾ ਹੈ। ਜਦੋਂ ਅੱਗੇ ਪ੍ਰੈਸ਼ਰ ਜ਼ਿਆਦਾ ਹੋਏਗਾ ਤੇ ਉਹ ਪਿੱਛੋਂ ਦੀ ਜਿਹੜੀ ਡਿਸਕ ਹੈ ਉਹ ਫਟ ਕੇ ਤੇ ਉਹਦਾ ਜਿਹੜਾ ਡਿਸਕ ਦਾ ਫਲੂਇਡ ਹੈ ਉਹ ਲੀਕ ਕਰ ਜਾਂਦਾ ਹੈ ਤੇ ਪਿੱਛੇ ਸਾਰੀ ਨਸਾਂ ਹੈਗੀਆਂ, ਤੇ ਜਿਸ ਤਰ੍ਹਾਂ ਹੀ ਉਹ ਫਲੂਇਡ ਲੀਕ ਕਰਦਾ ਹੈ ਉਹ ਨਸਾਂ ਦੇ ਉੱਪਰ ਜਾ ਕੇ ਪ੍ਰੈਸ਼ਰ ਕਾਜ਼ ਕਰਦਾ ਹੈ ਤੇ ਪੇਸ਼ੈਂਟ ਨੂੰ ਡਿਸਕ ਦੇ ਕਰਕੇ ਜਿਹੜਾ ਪੇਨ ਹੈ ਉਹ ਉਸ ਟਾਈਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਤਲਬ ਅਸੀਂ ਆਮ ਵੇਖਿਆ ਕਿ ਕਈ ਵਾਰ ਬੰਦਾ ਚੁੱਕ ਕੇ ਇੱਕਦਮ ਬਾਲਟੀ ਪਾਣੀ ਦੀ ਭਰੀ ਹੋਈ ਤੇ ਉਸੇ ਟਾਈਮ ਪੇਨ ਸ਼ੁਰੂ ਹੋ ਜਾਂਦਾ ਉਸੇ ਟਾਈਮ ਪੇਨ ਸ਼ੁਰੂ ਹੋ ਉਹ ਇਸ ਕਰਕੇ ਕਿ ਇੱਕ ਤਾਂ ਆਪਾਂ ਝੁਕੇ, ਪ੍ਰੈਸ਼ਰ ਜ਼ਿਆਦਾ ਹੋ ਗਿਆ, ਝੁਕ ਕੇ ਭਾਰ ਚੱਕਣ ਦੀ ਕੋਸ਼ਿਸ਼ ਕੀਤੀ, ਪ੍ਰੈਸ਼ਰ ਹੋਰ ਜ਼ਿਆਦਾ ਹੋ ਗਿਆ, ਤੇ ਜਿਸ ਤਰ੍ਹਾਂ ਹੀ ਆਪਾਂ ਅੱਗੇ ਪ੍ਰੈਸ਼ਰ ਪਾਇਆ, ਗੁਬਾਰੇ ਨੂੰ ਇੱਕ ਤਰ੍ਹਾਂ ਦਬਾਵਾਂਗੇ ਤੇ ਪਿਛਲੀ ਤਰਫ ਜਿਹੜਾ ਹੈ ਉਹ ਪ੍ਰੈਸ਼ਰ ਦੇ ਨਾਲ ਉਹ ਗੁਬਾਰਾ ਫਟਣ ਦੇ ਚਾਂਸਸ ਹੁੰਦੇ ਨੇ। ਉਸੇ ਤਰ੍ਹਾਂ ਹੀ ਜਦੋਂ ਅੱਗੇ ਝੁਕ ਕੇ ਕੋਈ ਵੀ ਚੀਜ਼ ਚੱਕਣ ਦੀ ਕੋਸ਼ਿਸ਼ ਕੀਤੀ ਤੇ ਪਿੱਛੇ ਪ੍ਰੈਸ਼ਰ ਜ਼ਿਆਦਾ ਹੋਇਆ, ਡਿਸਕ ਲੀਕ ਹੋ ਗਈ ਤੇ ਨਸਾਂ ਦੇ ਉੱਪਰ ਫਿਰ ਪ੍ਰੈਸ਼ਰ ਪੈ ਕੇ ਫਿਰ ਪੇਨ ਸ਼ੁਰੂ ਹੋ ਜਾਏ। ਡਾਕਟਰ ਸਾਹਿਬ, ਬਹੁਤ ਹੀ ਵਿਸਤਾਰਪੂਰਵਕ ਤੁਸੀਂ ਔਰ ਬਹੁਤ ਹੀ ਅਹਿਮ ਜਾਣਕਾਰੀ ਦੇ ਰਹੇ ਹੋ। ਇੱਥੇ ਇਹ ਵੀ ਜਾਣਨਾ ਚਾਹਾਂਗਾ ਕਿ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਅੱਜ ਕੱਲ੍ਹ ਘਰ ਘਰ ਦੇ ਵਿੱਚ ਕਮਰ ਦਰਦ ਦੀ ਬੜੀ ਸਮੱਸਿਆ ਹੈ, ਤੇ ਤੁਹਾਡੇ ਹਿਸਾਬ ਨਾਲ ਆંકੜੇ ਕੀ ਕਹਿੰਦੇ ਨੇ, ਕਿੰਨੇ ਪ੍ਰਤੀਸ਼ਤ ਲੋਕਾਂ ਨੂੰ ਕਮਰ ਦਰਦ ਹੁੰਦਾ ਹੈ? ਆંકੜਿਆਂ ਦੇ ਹਿਸਾਬ ਨਾਲ 80% ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਤੇ ਕਮਰ ਦਾ ਦਰਦ ਹੁੰਦਾ ਹੀ ਹੁੰਦਾ। ਜੇ ਆਪਾਂ ਆਪਣੀ ਆਬਾਦੀ 140 ਕਰੋੜ ਹੈ ਤੇ ਇਹ ਮੰਨ ਲਓ ਕਿ 110 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਟਾਈਮ ਦੇ ਉੱਪਰ ਕਮਰ ਦਾ ਦਰਦ ਹੋਏਗਾ ਹੀ ਹੋਏਗਾ। ਉਹ ਚਾਹੇ 10 ਸਾਲ ਦੀ ਉਮਰ 'ਚ ਹੋਏ, ਚਾਹੇ 50 ਸਾਲ ਦੀ ਉਮਰ 'ਚ ਹੋਏ, ਚਾਹੇ 10 ਦਿਨ ਲਈ ਹੋਏ, ਚਾਹੇ 1 ਦਿਨ ਲਈ ਹੋਏ, ਲੇਕਿਨ ਹੋਏਗਾ ਜ਼ਰੂਰ। ਇਹ ਆંકੜੇ ਕਹਿੰਦੇ ਨੇ। ਸ਼ੌਕਿੰਗ ਆંકੜੇ ਮੈਂ ਕਹਿੰਦਾ ਸਾਹਮਣੇ ਲੈ ਕੇ ਆਉਂਦੇ ਨੇ ਕਿ ਜੇ 140 ਕਰੋੜ ਦੀ ਸਾਡੀ ਪੋਪੂਲੇਸ਼ਨ 110 ਕਰੋੜ ਨੂੰ ਹੋਣਾ ਹੀ ਹੋਣਾ ਹੈ। ਪਰ ਇੱਥੇ ਵਿਊਅਰਸ ਦੇ ਮਨ ਦੇ ਵਿੱਚ ਵੀ, ਮੇਰੇ ਮਨ ਦੇ ਵਿੱਚ ਹੀ ਸਵਾਲ ਆ ਰਿਹਾ ਕਿ ਕੀ ਅਜਿਹਾ ਕਰੀਏ ਕਿ ਇਹ ਦਰਦ ਤੋਂ ਬੜੀ ਹੱਦ ਤੱਕ ਬਚਿਆ ਜਾ ਸਕੇ? ਦੇਖੋ, ਆਪਾਂ ਕਹਿੰਦੇ ਹਾਂ ਕਿ ਹੈਲਮਟ ਪਾਉਣਾ ਚਾਹੀਦਾ ਜਾਂ ਸੀਟ ਬੈਲਟ ਲਾਉਣੀ ਚਾਹੀਦੀ ਹੈ। ਉਹਦਾ ਮਕਸਦ ਕੀ ਹੈ ਕਿ ਐਕਸੀਡੈਂਟ ਦਾ ਬਚਾਓ ਤਾਂ ਨਹੀਂ ਆਪਾਂ ਕਿਸੇ ਸਿਚੁਏਸ਼ਨ 'ਚ ਕਰ ਸਕਦੇ, ਲੇਕਿਨ ਆਪਣੇ ਸਿਰ ਦਾ ਬਚਾਓ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਪ੍ਰੈਸ਼ਰਸ ਬਾਰੇ ਦੱਸਿਆ, ਕੁਝ ਮੈਂ ਚੀਜ਼ਾਂ ਬਿਲਕੁਲ ਕਾਨੂੰਨਨ ਦੱਸ ਰਿਹਾ ਕਿ ਜੋ ਚੀਜ਼ ਜੇ ਆਪਾਂ ਕਰੀਏ ਤੇ ਆਪਾਂ ਉਹ 20% ਦੇ ਬਚਾਵਾਂਗੇ ਕਿ ਸਾਨੂੰ ਦਰਦ ਹੋਏ ਹੀ ਨਾ। ਉਹਦੇ ਲਈ ਇੱਕ ਗੋਲਡਨ ਰੂਲ ਅਸੀਂ ਕਹਿੰਦੇ ਹਾਂ, ਇੱਕ ਗੋਲਡਨ ਰੂਲ ਹੈ ਕਿ ਕੰਨ, ਮੋਢਾ ਤੇ ਚੂਲਾ, ਇਹ ਤਿੰਨੋਂ ਇੱਕ ਲਾਈਨ ਦੇ ਵਿੱਚ ਹੋਣੇ ਚਾਹੀਦੇ ਆ। ਤੇ ਇਹ ਜਿਹੜੀ ਲਾਈਨ ਹੈ, ਜੇ ਉਹ ਜ਼ਮੀਨ ਤੋਂ 90 ਡਿਗਰੀ ਦਾ ਕੋਣ ਬਣਾਏਗੀ ਤੇ ਤੁਹਾਨੂੰ ਕਮਰ ਦਾ ਦਰਦ ਕਦੇ ਨਹੀਂ ਹੋ ਸਕਦਾ। ਸੋ ਜੇ ਆਪਾਂ ਬੈਠੇ ਆ ਨਾ, ਸੋ ਬੈਠੇ ਹੋਏ ਇਹ ਤਿੰਨ ਚੀਜ਼ਾਂ ਇੱਕ ਲਾਈਨ ਦੇ ਵਿੱਚ, ਮੈਂ ਹੌਲੀ ਹੌਲੀ ਦੱਸ ਰਿਹਾ ਬਿਕੋਜ਼ ਇਹ ਸਭ ਤੋਂ ਜ਼ਰੂਰੀ ਚੀਜ਼ ਇੱਕੋ ਹੀ ਹੈ, ਮੂਲ ਮੰਤਰ ਕਿ ਕਮਰ, ਮੋਢਾ ਤੇ ਚੂਲਾ ਇੱਕ ਲਾਈਨ ਦੇ ਵਿੱਚ ਤੇ ਜ਼ਮੀਨ ਤੋਂ 90 ਡਿਗਰੀ। ਜਿੰਨਾ ਜੇ ਤੁਸੀਂ ਇੱਕ ਲਾਈਨ 'ਚ ਨਹੀਂ ਹੈਗੇ ਫਿਰ ਗੜਬੜ, ਤੇ ਜੇ ਤੁਹਾਡਾ ਕੋਣ 90 ਤੋਂ ਥੋੜ੍ਹਾ ਜਿਹਾ ਅੱਗੇ ਹੋਣਾ ਹੋ ਗਿਆ ਸ਼ੁਰੂ, ਫਿਰ ਗੜਬੜ। ਸੋ ਇਹ ਚੀਜ਼ ਦਾ ਸਭ ਤੋਂ ਜ਼ਰੂਰੀ ਸਮਝਣ ਵਾਲੀ ਚੀਜ਼ ਹੈ। ਕੋਈ ਵੀ ਕੰਮ ਕਰਨਾ ਹੈ, ਜੇ ਇਹ ਇੱਕ ਲਾਈਨ ਤੇ 90 ਡਿਗਰੀ, ਦਰਦ ਨਹੀਂ ਹੋ ਸਕਦਾ। ਮਤਲਬ ਇਹ ਬੇਸਿਕ ਚੀਜ਼ ਹੈ, ਕਿਉਂਕਿ ਅਮੂਮਨ ਅਸੀਂ ਵੇਖ ਰਹੇ ਕਿ ਅੱਜ ਕੱਲ੍ਹ ਵਰਕ ਫਰੋਮ ਹੋਮ ਵੀ ਕਈਆਂ ਦਾ ਚੱਲ ਰਿਹਾ, ਉਹ ਬੈਠਣ ਦੇ ਵਿੱਚ ਜਿਹੜਾ ਜਿਵੇਂ ਬੈਠਣਾ ਚਾਹੀਦਾ, ਜਿਵੇਂ ਖੜਨਾ ਚਾਹੀਦਾ, ਉਹ ਬੇਸਿਕ ਚੀਜ਼ਾਂ ਹੀ ਗਲਤ ਹੋ ਜਾਂਦੀਆਂ। ਮੈਂ ਵਰਕ ਫਰੋਮ ਹੋਮ ਦੇ ਬਾਰੇ ਦੱਸਦਾ ਕਿ ਹੁੰਦਾ ਕੀ ਹੈ ਕਿ ਕੰਪਿਊਟਰ 'ਤੇ ਕੰਮ ਕਰਨਾ ਹੈ। ਬੰਦਾ ਕਹਿੰਦਾ ਬੈਠ ਕੇ ਕੰਮ ਤਾਂ ਕਰ ਰਿਹਾ, ਕਰ ਕੀ ਰਿਹਾ, ਲੇਕਿਨ ਹੁੰਦਾ ਕੀ ਹੈ ਕਿ ਜਦੋਂ ਬੈਠਦਾ ਨਾ ਬੰਦਾ, ਉਹ ਥੋੜ੍ਹਾ ਜਿਹਾ ਅੱਗੇ ਝੁਕ ਕੇ ਇਸ ਤਰ੍ਹਾਂ ਕੰਮ ਕਰਦਾ। ਸੋ ਅੱਗੇ ਝੁਕਦੇ ਕੀ ਹੋ ਗਿਆ, ਲਾਈਨ ਸਿੱਧੀ ਨਹੀਂ ਰਹੀ। ਸੋ ਇਹਦੇ ਵਿੱਚ ਬੈਸਟ ਕੀ ਹੈ ਕਿ ਜਦੋਂ ਬੈਠ ਰਹੇ ਹੋ, ਜਿਹੜੀ ਤੁਹਾਡੀ ਬੈਕ ਹੈ
ਉਹ ਕੁਰਸੀ ਦੀ ਬੈਕ ਦੇ ਨਾਲ ਬਿਲਕੁਲ ਟੱਚ ਹੋਣੀ ਚਾਹੀਦੀ ਹੈ। ਸੋ ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਇੱਕ ਵਾਰੀ ਤਾਂ ਸਿੱਧੇ ਹੋ ਗਏ, ਲੇਕਿਨ ਜਦੋਂ ਕੰਮ ਕਰਨਾ ਸ਼ੁਰੂ ਕਰੋਗੇ ਫਿਰ ਅੱਗੇ ਝੁਕ ਜਾਓਗੇ। ਤੁਹਾਨੂੰ ਆਪਣੀ ਚੇਅਰ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਕਿ ਜਿਹੜੀ ਤੁਹਾਡੀ ਛਾਤੀ ਜਾਂ ਪੇਟ ਹੈ ਉਹ ਟੇਬਲ ਨਾਲ ਟੱਚ ਕਰ ਜਾਏ। ਉਹਦੇ ਨਾਲ ਕੀ ਹੋਏਗਾ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਨਾ, ਤੁਸੀਂ ਅੱਗੇ ਨਹੀਂ ਝੁਕੋਗੇ, ਤੁਹਾਡੇ ਹੱਥ ਸਪੋਰਟ ਹੋ ਜਾਣਗੇ। ਟੇਬਲ ਦੇ ਉੱਪਰ ਤੁਸੀਂ ਆਰਾਮ ਨਾਲ ਕੰਮ ਕਰੋ, ਸਿੱਧੇ ਬੈਠ ਕੇ ਕੰਮ ਕਰੋ, ਕੋਈ ਦਿੱਕਤ ਨਹੀਂ ਆਏਗੀ। ਵਰਕ ਫਰੋਮ ਹੋਮ ਜਿਹੜਾ ਤੁਹਾਨੂੰ ਮੰਨ ਲਓ ਅੱਜ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਤੁਹਾਨੂੰ ਲੱਗਦਾ ਹੈ ਕਮਰ ਦਰਦ ਹੋਣਾ ਸ਼ੁਰੂ ਹੋ ਗਿਆ, ਉਹ ਤੁਹਾਨੂੰ ਪੂਰੇ ਦਿਨ 'ਚ ਵੀ ਨਹੀਂ ਹੋਏਗਾ ਜੇ ਤੁਸੀਂ ਇੱਕ ਲਾਈਨ ਦੇ ਵਿੱਚ ਇਹ ਕਰਕੇ ਚਲੋਗੇ। ਜਦ ਅਜਿਹੀ ਪ੍ਰੋਬਲਮ ਕੋਈ ਹੁੰਦੀ ਹੈ, ਅਮੂਮਨ ਲੋਕ ਕੀ ਕਰਦੇ ਨੇ, ਸਪਰੇਅ ਲਾ ਲਿਆ ਜਾਂ ਕੋਈ ਬਾਮ ਅਪਲਾਈ ਕਰ ਲਈ ਜਾਂ ਤੇਲ ਗਰਮ ਕਰਕੇ ਲਾ ਲਿਆ, ਉਹਦਾ ਕਿੰਨਾ ਕੁ ਅਸਰ ਹੁੰਦਾ? ਦੇਖੋ, ਜਿਹੜੀ ਇਹ ਸਾਰੀ ਚੀਜ਼ਾਂ ਹੈਗੀਆਂ ਨਾ, ਇਹ ਦਰਦ ਨੂੰ ਦਬਾਉਣ ਲਈ ਹੈਗੀਆਂ, ਦਰਦ ਨੂੰ ਠੀਕ ਕਰਨ ਲਈ ਨਹੀਂ ਹੈਗੀਆਂ। ਫਰਕ ਹੈ ਦਬਾਣਾ ਤੇ ਠੀਕ ਕਰਨਾ। ਤੇ ਆਪਾਂ ਅੱਜ ਵਾਲੇ ਐਪੀਸੋਡ 'ਚ ਗੱਲ ਕਰ ਰਹੇ ਹਾਂ ਵੀ ਦਰਦ ਹੋਏ ਹੀ ਨਾ। ਜੇ ਦਰਦ ਹੋਏਗੀ ਨਹੀਂ ਤਾਂ ਆਪਾਂ ਉਸ ਤਰਫ ਤੁਰਾਂਗੇ ਨਹੀਂ। ਸੋ ਇਹ ਚੀਜ਼ਾਂ ਦਰਦ ਨੂੰ ਦਬਾ ਜ਼ਰੂਰ ਦਿੰਦੀਆਂ ਨੇ, ਲੇਕਿਨ ਬੈਸਟ ਤੇ ਸਭ ਤੋਂ ਵਧੀਆ ਚੀਜ਼ ਤਾਂ ਇਹੀ ਹੈ ਕਿ ਆਪਾਂ ਦਰਦ ਹੋਣ ਹੀ ਨਾ ਦਈਏ। ਬਿਲਕੁਲ। ਇੱਥੇ ਡਾਕਟਰ ਸਾਹਿਬ ਹੁਣ ਥੋੜ੍ਹੀ ਵਿਸਤਾਰ 'ਚ ਤੁਹਾਡੇ ਕੋਲ ਜਾਣਾ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਬੰਦਾ ਖੜੇ ਕਿਵੇਂ, ਉੱਠੇ ਕਿਵੇਂ, ਬੈਠੇ ਕਿਵੇਂ, ਜਾਂ ਕੰਮ ਕਰਦੇ ਕਿਵੇਂ ਕਿਵੇਂ, ਜਿਸ ਨੂੰ ਕਮਰ ਦਰਦ ਦੀ ਪ੍ਰੋਬਲਮ ਹੁੰਦੀ ਹੈ, ਉਹ ਛੋਟੀਆਂ ਛੋਟੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ? ਦੇਖੋ, ਮੈਂ ਨਾ 2-3 ਗਰੁੱਪਸ ਦੇ ਵਿੱਚ ਡਿਵਾਈਡ ਕਰ ਦਾਂਗਾ। ਘਰ ਦੇ ਵਿੱਚ ਲੇਡੀਜ਼ ਆਮ ਤੌਰ 'ਤੇ ਸਾਡੇ ਕੋਲ ਬੈਕ ਪੇਨ ਦੇ ਨਾਲ ਆਉਂਦੀਆਂ ਨੇ, ਅਤੇ ਉਹਨਾਂ ਨੂੰ ਬੈਕ ਪੇਨ ਕਦੋਂ ਹੋਏਗਾ? ਜਦੋਂ ਉਹ ਝਾੜੂ ਲਗਾਉਣਗੀਆਂ, ਪੋਚਾ ਲਗਾਉਣਗੀਆਂ, ਉਹਨਾਂ ਨੇ ਬਰਤਨ ਵੀ ਧੋਣੇ, ਕੱਪੜੇ ਵੀ ਧੋਣੇ, ਰੋਟੀ ਵੀ ਬਣਾਉਣੀ ਅਤੇ ਬਾਥਰੂਮ ਦੇ ਵਿੱਚ ਸਫਾਈ ਵੀ ਕਰਾਉਣੀ। ਇਹ ਸਾਰੇ ਕੰਮ ਕਰਦੇ ਹੋਏ ਉਹਨਾਂ ਨੂੰ ਪੇਨ ਹੁੰਦਾ। ਸੋ ਇਹ ਦਰਦ ਨੂੰ ਬਚਣ ਦੇ ਲਈ ਜੋ ਪ੍ਰੀਕਾਸ਼ਨਸ ਹੈਗੀਆਂ, ਉਹ ਪ੍ਰੀਕਾਸ਼ਨ ਕੀ ਹੈਗੀਆਂ ਕਿ ਜਿਸ ਤਰ੍ਹਾਂ ਮੰਨ ਲਓ ਝਾੜੂ ਲਾਉਣਾ, ਝੁੱਕ ਕੇ ਝਾੜੂ ਨਹੀਂ ਲਗਾਉਣਾ, ਆਪਾਂ ਹੈਂਡਲ ਵਾਲਾ ਝਾੜੂ ਲੈ ਲਈਏ। ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਇੱਕ ਲਾਈਨ ਦੇ ਵਿੱਚ ਰਹਿ ਕੇ ਝਾੜੂ ਲਗਾ ਸਕਦੇ ਹੋ। ਪੋਚਾ ਲਗਾਉਣਾ ਹੈ, ਉਹ ਝੁੱਕ ਕੇ ਪੋਚਾ ਲਾਉਣ ਵਾਲਾ ਕੰਮ ਨਹੀਂ ਕਰਨਾ। ਜਿਹੜੇ ਹੈਂਡਲ ਵਾਲੇ ਪੋਚੇ ਆਉਂਦੇ, ਆਪਾਂ ਪੋਚਾ ਲਾ ਲਈਏ ਹੈਂਡਲ ਵਾਲਾ। ਜਿਹੜਾ ਕਿਚਨ ਦੇ ਵਿੱਚ ਕੰਮ ਕਰਨਾ ਹੈ, ਉਹ ਕੋਸ਼ਿਸ਼ ਹੈ ਕਰੋ ਕਿ ਸਲੈਬ ਦੇ ਉੱਪਰ ਗੈਸ ਰੱਖ ਕੇ ਜਾਂ ਕੋਈ ਵੀ ਚੀਜ਼ ਕਰਕੇ ਉਹਦੇ ਉੱਪਰ ਕੰਮ ਆਪਾਂ ਕਿਚਨ ਦਾ ਕਰੀਏ। ਅਤੇ ਕਿਉਂਕਿ ਕਿਚਨ ਦੇ ਵਿੱਚ ਟਾਈਮ ਲੰਬਾ ਲੱਗਦਾ ਲੇਡੀਜ਼ ਨੂੰ, ਅਤੇ ਹਮੇਸ਼ਾ ਬਿਹਤਰ ਕੀ ਹੁੰਦਾ ਹੈ ਕਿ ਇੱਕ ਪੈਰ ਇੱਕ ਛੋਟੇ ਸਟੂਲ ਦੇ ਉੱਪਰ ਰੱਖ ਕੇ ਕਰੋ। ਉਹਦੇ ਨਾਲ ਜੋ ਸਪਾਈਨ ਦੇ ਉੱਪਰ ਪ੍ਰੈਸ਼ਰ ਹੈ ਉਹ ਕਾਫੀ ਘੱਟ ਜਾਂਦਾ। ਸੋ ਕਿਚਨ ਦੇ ਵਿੱਚ ਪ੍ਰੀਕਾਸ਼ਨ ਹੋ ਗਈ ਕਿ ਸਲੈਬ ਦੇ ਉੱਪਰ ਅਤੇ ਇੱਕ ਪੈਰ ਸਟੂਲ ਦੇ ਉੱਪਰ ਰੱਖ ਕੇ ਜਦੋਂ ਝਾੜੂ ਪੋਚਾ ਕਰਨਾ ਹੈ ਤਾਂ ਉਹ ਹੈਂਡਲ ਵਾਲੇ ਝਾੜੂ ਜਾਂ ਪੋਚਾ ਲਗਾ ਕੇ ਕਰਨਾ ਹੈ। ਇਸੇ ਤਰ੍ਹਾਂ ਜਦੋਂ ਕੱਪੜੇ ਵੀ ਧੋਣੇ ਹੈਗੇ, ਅਤੇ ਜੇ ਕੱਪੜਿਆਂ ਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਬਣ ਸਕੇ ਕਿ ਆਪਾਂ ਇੱਕ ਟੇਬਲ ਦੇ ਉੱਪਰ ਕੋਈ ਵੀ, ਮਤਲਬ ਪਿੰਡਾਂ ਦਾ ਵੀ ਜ਼ਰੂਰੀ ਨਹੀਂ ਹੈ ਕਿ ਸਲੈਬਸ ਹੋਣ ਜਾਂ ਵਾਸ਼ਿੰਗ ਮਸ਼ੀਨ ਹੋਣ, ਅਤੇ ਝੁਕ ਕੇ ਬੈਠ ਕੇ ਕੱਪੜੇ ਧੋਣ ਦੀ ਬਜਾਏ ਆਪਾਂ ਕੁਝ ਇਸ ਤਰ੍ਹਾਂ ਦਾ ਸਿਸਟਮ ਬਣਾ ਲਈਏ ਕਿ ਇੱਕ ਟੇਬਲ ਜਾਂ ਕੋਈ ਚੀਜ਼ ਹੋ ਜਾਏ ਜਿਹਦੇ ਉੱਪਰ ਰੱਖ ਕੇ, ਉੱਪਰ ਪੱਥਰ ਆਪਾਂ ਲਗਾ ਲਈਏ ਅਤੇ ਉਹਦੇ ਉੱਪਰ ਰੱਖ ਕੇ ਆਪਾਂ ਕੱਪੜੇ ਧੋਣ ਦਾ ਸਿਸਟਮ ਬਣਾ ਲਈਏ। ਉਹਦੇ ਨਾਲ ਜੋ ਝੁੱਕ ਕੇ ਭਾਰੀ ਕੰਮ ਕਰਨ ਵਾਲਾ ਕੰਮ ਹੈ, ਝੁੱਕ ਕੇ ਫਿਰ ਬਾਲਟੀ ਵੀ ਚੱਕਣੀ ਪੈਂਦੀ ਹੈ, ਕੱਪੜੇ ਵੀ ਚੱਕਣੇ, ਉਹ ਫਿਰ ਕਮਰ ਦਰਦ ਹੋਏਗੀ ਨਹੀਂ। ਇਸੇ ਤਰ੍ਹਾਂ ਜਿਹੜਾ ਦੂਸਰਾ ਗਰੁੱਪ ਹੈ, ਉਹਦੇ ਵਿੱਚ ਕੀ ਹੈ ਕਿ ਜਦੋਂ ਵੀ ਅਸੀਂ ਘਰ ਦੇ ਵਿੱਚ ਕੋਈ ਵੇਟ ਚੱਕਣਾ, ਇਹ ਤਾਂ ਸੀਗਾ ਡੇ ਟੂ ਡੇ ਜਿਹੜੀ ਰੂਟੀਨ ਰੋਜ਼ਮर्रा ਦੇ ਕੰਮ ਹੈਗੇ, ਵਜਨ ਨਹੀਂ ਚੱਕਿਆ ਆਪਾਂ, ਸਿਰਫ ਝੁਕਣਾ ਆਪਾਂ ਅਵੋਇਡ ਕੀਤਾ। ਵਜਨ ਚੱਕਰ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਬਾਲਟੀ ਕੋਈ ਚੱਕਣੀ ਹੋਏ, ਉਹ ਬਹੁਤ ਹੀ ਵੱਡਾ ਕਾਰਨ ਬਣਦਾ ਹੈ ਡਿਸਕ ਦੇ ਬਿਮਾਰੀ ਬਣਨ ਦਾ। ਸੋ ਉਹਦੇ ਵਿੱਚ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬਾਲਟੀ ਜਿਹੜੀ ਹੈ ਨਾ, ਉਹ ਅੱਧੀ ਹੋਏ, ਬਹੁਤ ਜ਼ਿਆਦਾ ਵਜਨ ਨਾ ਹੋ, ਜਿੰਨਾ ਤੁਸੀਂ ਆਰਾਮ ਨਾਲ ਚੱਕ ਸਕਦੇ ਹੋ ਉਨਾ ਹੋਣਾ ਚਾਹੀਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਵੀ ਭਾਰ ਚੱਕਣਾ ਹੈ, ਉਹ ਭਾਰ ਆਪਣੇ ਸਰੀਰ ਦੇ ਜਿੰਨਾ ਨਜ਼ਦੀਕ ਹੋਏਗਾ ਉਨਾ ਡਿਸਕ ਦੇ ਉੱਪਰ ਪ੍ਰੈਸ਼ਰ ਘੱਟ ਪਏਗਾ। ਕੋਈ ਵੀ ਚੀਜ਼ ਜੇ ਥੱਲਿਓਂ ਚੱਕਣੀ ਹੈ, ਝੁੱਕ ਕੇ ਚੱਕਣ ਦੀ ਬਜਾਏ ਪਹਿਲਾਂ ਥੱਲੇ ਬੈਠ ਜਾਓ ਅਤੇ ਫਿਰ ਕੋਈ ਚੀਜ਼ ਨੂੰ ਉਠਾ ਕੇ ਅਤੇ ਸਿੱਧੇ ਖੜੇ ਹੋ ਜਾਓ। ਇਹ ਇੱਕ ਪ੍ਰੀਕਾਸ਼ਨ ਹੋ ਗਈ। ਆਪਾਂ ਜਿਸ ਤਰ੍ਹਾਂ ਬਾਜ਼ਾਰ ਜਾਂਦੇ ਹਾਂ, ਬਾਜ਼ਾਰ ਜਦੋਂ ਆਉਂਦੇ ਹਾਂ ਤਾਂ ਸ਼ਾਪਿੰਗ ਬੈਗਸ ਸਾਡੇ ਹੱਥ 'ਚ ਹੁੰਦੇ ਨੇ, ਉਹ ਕੋਸ਼ਿਸ਼ ਹੈ ਹੋਣੀ ਚਾਹੀਦੀ ਹੈ ਕਿ ਦੋਨੋਂ ਹੱਥਾਂ ਦੇ ਵਿੱਚ ਲਗਭਗ ਬਰਾਬਰ ਵੇਟ ਹੋਏ। ਛੋਟੀ ਉਮਰ ਦੇ ਵਿੱਚ ਬੱਚੇ ਸਾਡੇ ਕੋਲ ਆਉਂਦੇ ਨੇ ਕਮਰ ਦਰਦ, ਅਤੇ ਅੱਜ ਕੱਲ੍ਹ ਤਾਂ ਚਲੋ ਛੁੱਟੀਆਂ ਚੱਲ ਰਹੀ ਸਕੂਲਾਂ ਦੀ, ਲੇਕਿਨ ਜਿਹੜੀ ਜਦੋਂ ਸਕੂਲ ਜਾਂਦੇ ਨੇ ਨਾ, ਉਹਨਾਂ ਤੋਂ ਜ਼ਿਆਦਾ ਵਜਨ ਉਹਨਾਂ ਦੇ ਬੈਗਸ ਦਾ ਹੁੰਦਾ। ਸੋ ਬੈਗਸ ਨੂੰ ਬਹੁਤੀ ਵਾਰੀ ਹੁੰਦਾ ਹੈ ਕਿ ਬੱਚਿਆਂ ਨੇ ਆਪਣੇ ਮੋਢਿਆਂ ਦੇ ਉੱਪਰ ਬੈਗਸ ਦਾ ਸਾਰਾ ਵਜਨ ਉਹਨਾਂ ਦੇ ਉੱਪਰ ਹੁੰਦਾ। ਸੋ ਉਹਦੇ ਲਈ ਪ੍ਰੀਕਾਸ਼ਨ ਕੀ ਹੋਣੀ ਚਾਹੀਦੀ ਹੈ ਕਿ ਇੱਕ ਤਾਂ ਜਿਹੜਾ ਬੈਗ ਦਾ ਸਟਰੈਪ ਹੈ ਉਹ ਛੋਟਾ ਹੋਏ, ਤਾਂ ਕਿ ਸਾਰਾ ਵਜਨ ਜਿਹੜਾ ਹੈ ਨਾ ਉਹ ਉੱਪਰ ਦੀ ਤਰਫ, ਮੋਢੇ ਦੀ ਤਰਫ ਹੋਏ। ਜੇ ਲੰਬਾ ਸਟਰੈਪ ਹੋਏਗਾ ਨਾ, ਤਾਂ ਉਹ ਬਿਲਕੁਲ ਲੱਕ ਦੇ ਕੋਲ ਬੈਗ ਪਹੁੰਚ ਜਾਂਦਾ ਅਤੇ ਉਹ ਫਿਰ ਨੁਕਸਾਨ ਕਰਦਾ। ਅਤੇ ਦੂਸਰਾ ਇਹਦੇ ਵਿੱਚ ਕੀ ਹੈਗਾ ਕਿ ਜੋ ਪੇਰੈਂਟਸ ਹੈਗੇ, ਮਾਪੇ ਹੈਗੇ, ਉਹਨਾਂ ਨੂੰ ਚਾਹੀਦਾ ਹੈ ਕਿ ਟੇਬਲ ਦੇ ਉੱਪਰ ਬੈਗ ਰੱਖ ਦੇਣ ਅਤੇ ਬੱਚਾ ਫਿਰ ਉਹ ਹੱਥ ਵਿੱਚੋਂ ਦੀ ਪਾ ਕੇ ਅਤੇ ਖੜਾ ਦੇ ਖੜਾ ਬੈਗ ਪਾ ਕੇ ਅਤੇ ਖੜਾ ਖੜਾ ਚੱਲ ਜਾਏ, ਕਿਉਂਕਿ ਜੇ ਉਹ ਥੱਲਿਓਂ ਚੱਕੇਗਾ ਤਾਂ ਉਹਦੇ ਲਈ ਉਹ ਵਜਨ ਬਹੁਤ ਜ਼ਿਆਦਾ। ਸੋ ਇਹ ਸਕੂਲ ਦੇ ਬੱਚਿਆਂ ਦੇ ਲਈ ਵੀ ਜੇ ਇਹ ਛੋਟੀ ਛੋਟੀ ਚੀਜ਼ਾਂ ਦੀ ਪ੍ਰੀਕਾਸ਼ਨ ਹੈ
ਤੇ ਆਪਾਂ ਆਪਣੇ ਕਮਰ ਦੇ ਵਿੱਚ ਦਰਦ ਜਿਹੜਾ ਹੁੰਦਾ ਹੈ ਉਸ ਤੋਂ ਬਚਿਆ ਜਾ ਸਕਦਾ। ਡਾਕਟਰ ਸਾਹਿਬ ਬਹੁਤ ਹੀ ਅਹਿਮ ਮੈਨੂੰ ਲੱਗਦਾ ਹੈ ਉਹ ਜਾਣਕਾਰੀ ਤੁਸੀਂ ਦੇ ਰਹੇ ਹੋ ਜੋ ਆਮ ਗਲਤੀਆਂ ਅਸੀਂ ਆਪਣੇ ਰੂਟੀਨ 'ਚ ਕਰ ਲੈਂਦੇ ਹਾਂ। ਹੁਣ ਇਹ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਬਜ਼ੁਰਗਾਂ ਦੇ ਵਿੱਚ ਆਮ ਤੌਰ 'ਤੇ ਵੇਖਿਆ ਗਿਆ ਕਿ ਕਮਰ ਦਰਦ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਉਹਦੇ ਕੀ ਕਾਰਨ ਰਹਿੰਦੇ ਨੇ? ਬਜ਼ੁਰਗਾਂ ਦੇ ਵਿੱਚ ਜਿਹੜਾ ਦਰਦ ਹੈ ਉਹ ਦੋ ਵਜ੍ਹਾ ਕਰਕੇ ਆਮ ਸਭ ਤੋਂ ਜ਼ਿਆਦਾ ਮਿਲਦਾ ਹੈ। ਇੱਕ ਤਾਂ ਜਿਹੜੀ ਫੀਮੇਲਸ ਹੈਗੀਆਂ ਲੇਡੀਜ਼ ਦੇ ਵਿੱਚ ਹਾਰਮੋਨਲ ਚੇਂਜਸ ਹੋਣ ਕਰਕੇ ਹੱਡੀਆਂ ਜਿਹੜੀਆਂ ਉਹ ਕਮਜ਼ੋਰ ਹੋ ਜਾਂਦੀਆਂ ਨੇ, ਤੇ ਉਹਨਾਂ ਦੇ ਵਿੱਚ ਬਿਲਕੁਲ ਛੋਟੇ ਛੋਟੇ ਮਾਈਕਰੋ ਫ੍ਰੈਕਚਰ ਅਸੀਂ ਕਹਿੰਦੇ ਕਿ ਹੱਡੀਆਂ ਦੇ ਵਿੱਚ ਛੋਟੇ ਛੋਟੇ ਫ੍ਰੈਕਚਰ ਹੋ ਜਾਂਦੇ ਜਿਨ੍ਹਾਂ ਦੇ ਕਰਕੇ ਉਹ ਪੇਨ ਹੋ ਜਾਂਦਾ ਹੈ। ਤੇ ਜਿਹੜੇ ਵੈਸੇ ਬਜ਼ੁਰਗਾਂ ਦੇ ਵਿੱਚ ਦਰਦ ਹੁੰਦਾ ਹੈ ਉਹ ਕੀ ਕਹਿੰਦੇ ਕਿ ਬਈ ਅੱਜ ਤੋਂ 5-6 ਮਹੀਨੇ ਪਹਿਲਾਂ ਮੈਂ 100 ਫਰਲਾਂਗ ਚੱਲ ਲੈਂਦਾ ਸੀਗਾ ਜਾਂ 500 ਮੀਟਰ ਚੱਲ ਲੈਂਦਾ ਸੀਗਾ, ਤੇ ਜਿਸ ਤਰ੍ਹਾਂ ਟਾਈਮ ਨਿਕਲਦਾ ਜਾ ਰਿਹਾ ਉਸ ਤਰ੍ਹਾਂ ਹੀ ਜਿਹੜਾ ਮੇਰਾ ਇਹ ਚੱਲਣ ਦਾ ਜਿਹੜਾ ਡਿਸਟੈਂਸ ਹੈ ਉਹ ਘਟਦਾ ਜਾ ਰਿਹਾ। ਕਿ ਪਹਿਲਾਂ ਮੈਂ ਅੱਧਾ ਕਿਲੋਮੀਟਰ ਚੱਲਦਾ ਸੀਗਾ, ਫਿਰ 400 ਮੀਟਰ ਹੋ ਗਿਆ, ਤੇ ਹੁਣ ਤਾਂ ਇੰਨੀ ਤਕਲੀਫ ਹੁੰਦੀ ਹੈ ਕਿ ਮੈਨੂੰ ਬਿਲਕੁਲ ਹੀ ਨਹੀਂ ਤੁਰਿਆ ਜਾਂਦਾ। ਸੋ ਇਹ ਜਿਹੜੀ ਪ੍ਰੋਬਲਮ ਹੈ ਇਹ ਹੱਡੀ ਦੇ ਵਿੱਚ ਇੱਕ ਜਿਹੜੀ ਨਸਾਂ ਦੇ ਚਾਰੋਂ ਤਰਫ ਇੱਕ ਝਿੱਲੀ ਹੁੰਦੀ ਹੈ ਉਹਦੇ ਮੋਟਾ ਹੋਣ ਕਰਕੇ ਹੋ ਜਾਂਦੀ ਹੈ, ਤੇ ਜਿਹਦੇ ਕਰਕੇ ਜੋ ਕਰੰਟ ਦਾ ਦੌਰਾ ਹੈ ਉਹ ਪੈਰਾਂ ਦੇ ਵਿੱਚ ਘਟ ਜਾਂਦਾ ਹੈ, ਤੇ ਉਹਦੇ ਕਰਕੇ ਇਹ ਦਰਦ ਹੋਣਾ ਸ਼ੁਰੂ ਹੋ ਜਾਂਦਾ। ਤੇ ਡਾਕਟਰ ਸਾਹਿਬ ਆਮ ਤੌਰ 'ਤੇ ਇਹ ਵੀ ਅਸੀਂ ਸੁਣਿਆ ਹੈ ਕਿ ਮੈਂ ਬੈਠਾ ਸੀ ਜਾਂ ਮੈਂ ਜ਼ਿਆਦਾ ਤੁਰ ਗਿਆ ਤੇ ਮੇਰੇ ਕਮਰ 'ਚ ਦਰਦ ਹੋਣਾ ਸ਼ੁਰੂ ਹੋ ਗਿਆ, ਮੇਰੇ ਲੱਕ 'ਚ ਪੀੜ ਹੋਣੀ ਸ਼ੁਰੂ ਹੋ ਗਈ। ਇਹਦੇ ਕੀ ਕਾਰਨ ਇਹ ਕਿ ਵਾਕਈ ਇਹ ਕਾਰਨ ਹੁੰਦੇ ਨੇ? ਹਾਂਜੀ, ਇਹ ਹੁੰਦਾ ਇੱਕ ਤਾਂ ਪੋਸਚਰ ਹੀ ਹੈ। ਜੇ ਆਪਾਂ ਪੋਸਚਰ ਪ੍ਰੋਪਰ ਮੇਨਟੇਨ ਨਹੀਂ ਕਰਾਂਗੇ ਤੇ ਇਹ ਕਮਰ ਦਾ ਦਰਦ ਹੋ ਹੀ ਜਾਏਗਾ। ਤੇ ਦੂਸਰੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈ ਕਮਰ ਦੀ ਐਕਸਰਸਾਈਜ਼ ਕਰਨਾ। ਕਮਰ ਦੇ ਲਈ ਸਭ ਤੋਂ ਜਿਹੜੀ ਬੈਸਟ ਐਕਸਰਸਾਈਜ਼ ਹੈ, ਅੱਜ ਕੱਲ੍ਹ ਨਾ ਅਸੀਂ ਸੁਣਦੇ ਹਾਂ ਕਿ ਯੋਗਾ ਦੇ ਵਿੱਚ ਸੂਰਿਆ ਨਮਸਕਾਰ ਤੇ ਭੁਜੰਗ ਆਸਨ ਹੋ ਗਿਆ, ਇਹ ਬਹੁਤ ਹੀ ਅੱਛੀ ਐਕਸਰਸਾਈਜ਼ਸ ਕਮਰ ਦੇ ਲਈ ਹੈਗੀਆਂ। ਤੇ ਜਦੋਂ ਵੀ ਅਸੀਂ ਪੇਟ ਦੇ ਬਲ ਲੇਟ ਕੇ ਆਪਣੇ ਸ਼ੋਲਡਰਸ ਮੋਢੇ ਨੂੰ ਜਾਂ ਪੈਰਾਂ ਨੂੰ ਉੱਪਰ ਚੱਕਦੇ ਹਾਂ, ਜਿਸ ਦੇ ਨਾਲ ਬੈਕ ਦੀ ਕਮਰ ਦੀ ਜੋ ਸਟਰੈਂਥਨਿੰਗ ਐਕਸਰਸਾਈਜ਼ ਮਸਲਸ ਦੀ ਹੋ ਜਾਂਦੀਆਂ ਨੇ, ਤੇ ਜੇ ਉਹ ਮਾਸਪੇਸ਼ੀਆਂ ਨੂੰ ਅਸੀਂ ਮਜ਼ਬੂਤ ਕਰ ਲਾਂਗੇ ਤੇ ਜਿਹੜਾ ਇਹ ਥੋੜਾ ਬਹੁਤਾ ਸਾਨੂੰ ਬਈ ਥੋੜੀ ਦੇਰ ਬੈਠ ਗਏ ਤੇ ਕਮਰ ਦਰਦ ਸ਼ੁਰੂ ਹੋ ਗਿਆ, ਮਤਲਬ ਥੋੜਾ ਜਿਹਾ ਵੀ ਕੁਝ ਕੀਤਾ ਤੇ ਕਮਰ ਦਰਦ ਸ਼ੁਰੂ ਹੋ ਗਿਆ, ਉਹ ਚੀਜ਼ਾਂ ਸਾਡੇ ਨਹੀਂ ਹੋਣਗੀਆਂ। ਪਰ ਇਹ ਤਾਂ ਜਿਵੇਂ ਤੁਸੀਂ ਐਕਸਰਸਾਈਜ਼ ਦਾ ਜ਼ਿਕਰ ਕਰ ਰਹੇ ਹੋ, ਆਮ ਤੌਰ 'ਤੇ ਜਦ ਵੀ ਯੋਗਾ ਕੋਈ ਕਰਨ ਲੱਗਦਾ ਹੈ ਜਾਂ ਜਿਮ 'ਚ ਜਾਂਦਾ ਹੈ ਉਹਨੂੰ ਪਹਿਲੇ ਪੁੱਛਦੇ ਨੇ ਕਿ ਤੈਨੂੰ ਕਮਰ ਦੀ ਕੋਈ ਲੱਕ ਪੀੜ ਦੀ ਕੋਈ ਸਮੱਸਿਆ ਤਾਂ ਨਹੀਂ ਹੈ? ਹਾਂਜੀ, ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਕਮਰ ਦਰਦ ਹੋਏਗਾ ਤੇ ਸਾਨੂੰ ਪਹਿਲਾਂ ਹੀ ਦੇਖਣਾ ਪੈਂਦਾ ਹੈ ਕਿ ਜਿਸ ਤਰ੍ਹਾਂ ਮੈਂ ਦਿਖਾਇਆ ਕਿ ਸਪਾਈਨ ਦਾ ਜੋ ਸਟਰਕਚਰ ਹੈ, ਜੋ ਬਨਾਵਟ ਹੈ, ਉਹਦੇ ਵਿੱਚ ਜੋੜ ਵੀ ਹੈਗੇ, ਡਿਸਕ ਵੀ ਹੈਗੀ, ਮਾਸਪੇਸ਼ੀਆਂ ਵੀ ਹੈਗੀਆਂ, ਤੇ ਬਹੁਤ ਸਾਰੀ ਚੀਜ਼ਾਂ ਹੈਗੀਆਂ। ਤੇ ਜੇ ਕੋਈ ਵੀ ਇੱਕ ਚੀਜ਼ ਦੇ ਵਿੱਚ ਪਹਿਲਾਂ ਹੀ ਸੱਟ ਲੱਗ ਕੇ ਕਮਰ ਦਰਦ ਹੋ ਰਹੀ ਹੈ, ਤੇ ਜੇ ਆਪਾਂ ਉਸੇ ਚੀਜ਼ ਨੂੰ ਬਚਾਏ ਬਿਨਾਂ ਐਕਸਰਸਾਈਜ਼ ਯੋਗਾ ਜਾਂ ਕੋਈ ਵੀ ਚੀਜ਼ ਸ਼ੁਰੂ ਕਰ ਦਾਂਗੇ ਤੇ ਉਹ ਦਰਦ ਤਾਂ ਠੀਕ ਹੋਏਗਾ ਨਹੀਂ, ਬਲਕਿ ਹੋਰ ਖਰਾਬ ਹੋ ਜਾਏਗਾ। ਕਦੀ ਅਜਿਹਾ ਵੀ ਡਾਕਟਰ ਸਾਹਿਬ ਹੁੰਦਾ ਹੈ ਕਿ ਐਕਸਰਸਾਈਜ਼ ਕਰਨ ਗਏ ਜਾਂ ਜਿਮ ਦੇ ਵਿੱਚ ਗਏ ਤਾਂ ਉਹ ਗਲਤ ਐਕਸਰਸਾਈਜ਼ ਕਰ ਲਈ, ਉਹਦੇ ਕਾਰਨ ਉਹ ਸਮੱਸਿਆ ਸ਼ੁਰੂ ਹੋ ਗਈ ਜਿਹੜੀ ਪਹਿਲੇ ਨਹੀਂ ਸੀ? ਬਿਲਕੁਲ ਠੀਕ ਹੈ ਜੀ। ਮੈਂ ਹੈਲਥ ਕਲੱਬ ਜਦੋਂ ਵੀ ਜਾਂਦਾ ਨਾ ਤੇ ਮੈਂ ਆਬਜ਼ਰਵ ਕਰਦਾ ਕਿ ਜਿਹੜੇ ਬਹੁਤ ਸਾਰੇ ਟ੍ਰੇਨਰਸ ਹੈਗੇ ਉਹ ਆਮ ਤੌਰ ਤੇ ਟ੍ਰੇਨਰਸ ਹੁੰਦੇ ਨੇ ਜਿਹੜੇ ਕਿ ਹੈਲਥ ਕਲੱਬ ਦੇ ਵਿੱਚ ਐਕਸਰਸਾਈਜ਼ ਕਰਕੇ ਹੀ ਆਪਣੇ ਆਪ ਨੂੰ ਟ੍ਰੇਨਰਸ ਬਣ ਜਾਂਦੇ ਨੇ। ਤੇ ਮੇਰੀ ਆਪਣੀ ਇੱਕ ਆਬਜ਼ਰਵੇਸ਼ਨ ਹੈ, ਕਿਉਂਕਿ ਮੈਂ ਸਪਾਈਨ ਨੂੰ ਆਪਰੇਟ ਕਰਦਾ, ਮੈਨੂੰ ਪਤਾ ਹੈ ਕਿ ਰੀੜ੍ਹ ਦੀ ਹੱਡੀ ਦੇ ਅੰਦਰ ਕੀ ਚੀਜ਼ ਨੋਰਮਲ ਹੁੰਦੀ ਹੈ। ਤੇ ਮੇਰੀ ਆਪਣੀ ਜੋ ਆਬਜ਼ਰਵੇਸ਼ਨ ਹੈ ਉਹ ਹੈ ਕਿ ਲਗਭਗ 80% ਲੋਕੀ ਗਲਤ ਐਕਸਰਸਾਈਜ਼ ਕਰਦੇ। ਐਕਸਰਸਾਈਜ਼ ਕਰਦੇ ਹੋਏ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜੇ ਆਪਾਂ ਬਾਜੂਆਂ ਦੀ ਐਕਸਰਸਾਈਜ਼ ਕਰ ਰਹੇ ਹਾਂ ਤੇ ਸਾਰਾ ਦਾ ਸਾਰਾ ਫੋਕਸ ਜੋ ਧਿਆਨ ਹੈ ਤੁਹਾਡਾ ਉਹ ਬਾਜ਼ੂ ਦੀ ਐਕਸਰਸਾਈਜ਼ ਉੱਪਰ ਹੀ ਹੋਣਾ ਚਾਹੀਦਾ ਹੈ। ਤੁਹਾਡੀ ਕਮਰ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ, ਉਹਦੇ ਉੱਪਰ ਜ਼ੋਰ ਨਹੀਂ ਲੱਗਣਾ ਚਾਹੀਦਾ। ਦੂਸਰਾ ਇਹਦੇ ਵਿੱਚ ਧਿਆਨ ਰੱਖਣ ਵਾਲੀ ਚੀਜ਼ ਹੈਗੀ ਕਿ ਜਿੰਨਾ ਵਜ਼ਨ ਤੁਹਾਡਾ ਸਰੀਰ ਚੱਕ ਸਕਦਾ ਹੈ ਉਸ ਤੋਂ ਥੋੜਾ ਜਿਹਾ ਘੱਟ ਹੀ ਰੱਖੋ। ਜੇ ਉਸ ਤੋਂ ਜ਼ਿਆਦਾ ਚੱਕਣ ਦੀ ਕੋਸ਼ਿਸ਼ ਕਰੋਗੇ, ਉਹ ਹੁੰਦਾ ਕਿ ਨਾ ਹੱਲਾਸ਼ੇਰੀ ਹੁੰਦੀ ਹੈ ਕਿ ਚੱਕ ਲਓ ਚੱਕ ਲਓ ਚੱਕ ਲਓ, ਉਹ ਫਿਰ ਚੱਕਣ ਦੇ ਟਾਈਮ ਤੇ ਉਹ ਝਟਕਾ ਲੱਗਦਾ, ਤੇ ਉਹ ਝਟਕਾ ਜਿਹੜਾ ਹੈਗਾ ਨਾ ਉਹ ਬਾਜੂਆਂ ਤੇ ਘੱਟ ਤੇ ਰੀੜ੍ਹ ਦੀ ਹੱਡੀ ਦੇ ਉੱਪਰ ਜ਼ਿਆਦਾ ਲੱਗਦਾ, ਜਿਸ ਦੇ ਕਰਕੇ ਉਹ ਕਮਰ ਦਰਦ ਹੋ ਜਾਂਦੀ ਹੈ। ਤੇ ਜਿਹੜਾ ਬੰਦਾ ਫਿਜ਼ੀਕਲ ਆਪਣੇ ਆਪ ਨੂੰ ਫਿੱਟ ਮੰਨਦਾ ਉਹ ਵੀ ਸਾਡੇ ਕੋਲ ਕਮਰ ਦੇ ਦਰਦ ਕਰਕੇ ਆਉਂਦਾ, ਕਿਉਂਕਿ ਉਹ ਕਮਰ ਦੇ ਵਿੱਚ ਪ੍ਰੋਬਲਮ ਡਿਸਕ ਦੇ ਹਰਨੀਸ਼ਨ ਕਰਕੇ ਹੋ ਜਾਂਦੀ ਹੈ। ਤੇ ਰਨਿੰਗ ਦੇ ਦੌਰਾਨ ਜਾਂ ਵਾਕਿੰਗ ਦੇ ਦੌਰਾਨ ਜਾਂ ਬ੍ਰਿਸਕ ਵਾਕ ਜਿਹੜੀ ਕਰ ਰਹੇ ਆ ਉਹਦੇ ਵੇਲੇ ਵੀ ਕੁਝ ਇਹਤਿਆਤ ਰੱਖਣੀ ਚਾਹੀਦੀ? ਸਟ੍ਰੈਚਿੰਗ ਐਕਸਰਸਾਈਜ਼ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜੋ ਸਾਡੇ ਜੋੜ ਹੈਗੇ ਉਹ ਖੁੱਲ ਜਾਣ, ਮਾਸਪੇਸ਼ੀਆਂ ਖੁੱਲ ਜਾਣ ਇਸ ਤੋਂ ਪਹਿਲਾਂ ਕਿ ਆਪਾਂ ਰਨਿੰਗ ਸ਼ੁਰੂ ਕਰੀਏ। ਤੇ ਵਾਰਮ ਅਪ ਹੋਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਆਪਣੇ ਮਾਸਪੇਸ਼ੀਆਂ ਨੂੰ ਪ੍ਰੋਪਰ ਇੱਕ ਗਰਮੀ ਦੇ ਕੇ ਫਿਰ ਰਨਿੰਗ ਸ਼ੁਰੂ ਕਰਾਂਗੇ ਤੇ ਜੋ ਇੰਜਰੀ ਹੈ ਜੁਆਇੰਟਸ ਨੂੰ ਵੀ
ਤੇ ਇੰਜਰੀ ਜਿਹੜੀ ਮਸਲਸ ਨੂੰ ਵੀ ਹੈਗੀਆਂ ਉਹ ਨਹੀਂ ਹੋਣਗੀਆਂ ਤੇ ਇਹ ਜਿਹੜੀ ਸਪੋਰਟਸ ਰਿਲੇਟਡ ਇੰਜਰੀ ਹੈਗੇ ਇਹਨਾਂ ਤੋਂ ਬਚਾਅ ਹੋ ਸਕਦਾ। ਬਿਲਕੁਲ ਡਾਕਟਰ ਸਾਹਿਬ, ਅੱਜ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਮਿਥ ਜਿਹੜੇ ਨੇ, ਜਿਹੜਾ ਗਲਤ ਧਾਰਨਾਵਾਂ ਅਸੀਂ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਤੱਕ ਪਹੁੰਚ ਜਾਂਦੀਆਂ ਨੇ, ਅਸੀਂ ਉਹਨਾਂ 'ਤੇ ਵਿਸ਼ਵਾਸ ਕਰ ਬੈਠਦੇ ਤੇ ਆਪਣੀ ਸਿਹਤ ਦਾ ਨੁਕਸਾਨ ਕਰ ਲੈਂਦੇ, ਉਹ ਮੈਨੂੰ ਲੱਗਦਾ ਲੋਕਾਂ ਦੀਆਂ, ਬਹੁਤ ਸਾਡੇ ਵਿਊਅਰਸ ਦੀਆਂ ਦੂਰ ਹੋਈਆਂ ਹੋਣਗੀਆਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ, ਬਹੁਤ ਬਹੁਤ ਧੰਨਵਾਦ। ਅੱਜ ਤੇ ਅਸੀਂ ਚਰਚਾ ਕੀਤੀ ਹੈ ਕਿ ਕੀ ਤੁਸੀਂ ਅਜਿਹਾ ਕਰੋ ਕਿ ਤੁਹਾਨੂੰ ਕਮਰ ਦਰਦ ਦੀ, ਲੱਕ ਪੀੜ ਦੀ ਸਮੱਸਿਆ ਜਾਂ ਡਿਸਕ ਦੀ ਸਮੱਸਿਆ ਨਾ ਹੋਵੇ, ਪਰ ਜੇ ਤੁਹਾਨੂੰ ਇਹ ਸਮੱਸਿਆ ਹੋ ਜਾਂਦੀ ਹੈ ਤੇ ਫਿਰ ਤੁਸੀਂ ਇਹਦਾ ਇਲਾਜ ਕਿਵੇਂ ਕਰਾਉਣਾ ਹੈ, ਕੀ ਆਪਰੇਸ਼ਨ ਦੀ ਤੁਹਾਨੂੰ ਲੋੜ ਹੈ ਜਾਂ ਨਹੀਂ ਹੈ, ਇਹਨਾਂ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਮਿਲਣਗੇ, ਪਰ ਸਾਡੇ ਇਸ ਪ੍ਰੋਗਰਾਮ ਦੀ ਅਗਲੀ ਕੜੀ ਵਿੱਚ। ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਡਾਕਟਰ ਸਪੀਕ, ਸਿਰਫ ਤੇ ਸਿਰਫ PTC ਨਿਊਜ਼ ਤੇ। ਦਿਓ ਇਜਾਜ਼ਤ, ਰੱਬ ਰਾਖਾ।